ਲੋਕਾਂ ਦੇ ਘਰਾਂ ਦਾ ਕੰਮ ਕਰੀਦਾ ਵਾ। ਬੱਚੇ ਉਹ ਸਕੂਲ ਜਾਂਦੇ ਆ, ਕੋਈ ਕਿਤਾਬਾਂ ਧਰਾਉਂਦੇ ਆ, ਬਸ ਕੋਈ ਉਹਨਾਂ ਕਿ ਇਹਨਾਂ ਦੇ ਅੱਬੂ ਲੈ ਕੇ ਆਉਂਦੇ ਨੇ ਜਿੰਨਾ ਕੁ ਘਰ ਦਾ ਸਰ ਜਾਵੇ। ਬੱਚੇ ਵੀ ਬਹੁਤ ਜਿੱਦ ਕਰਦੇ ਆ ਵੀ ਸਕੂਲ ਵੀ ਪੈਸੇ ਹੋਣ ਤੇ ਅਸੀਂ ਜਾਈਏ। ਸਾਡੇ ਤੇ 2-3 ਦਿਨ ਹੋ ਗਏ ਆਟਾ ਮੁੱਕੇ ਨੂੰ। ਡੇਲੀ ਅਸੀਂ 100 ਦਾ ਆਟਾ ਲਿਆਈਦਾ, ਡੇਲੀ 100 ਦਾ ਲਿਆਈਦਾ ਆਟਾ। ਹਾਂਜੀ, ਪਾਈਆ ਘਿਓ ਆ 150 ਦਾ ਦਿੰਦੇ ਸੀ, ਹੁਣ 100 ਤੇ ਉਹਨਾਂ ਨੇ 20 ਰੁਪਏ ਕਰਤੇ ਆ। ਇੱਕ ਹਾਂਡੀ ਦਾ ਡੰਗ ਆ ਸਾਰਾ। अस्सलाम वालेकुम नाज़रीन, मैं आपको मेज़बान मुदस्सर और आप देख रहे हैं राज टीवी। नाज़रीन, मैं आपसे लोगों की मुलाकात करवाता ही रहता हूँ। ऐसे लोग, ख़ासकर ऐसे लोग जो सफ़ेद पोश हैं, जिनकी ज़िंदगियाँ का दारोमदार मैं समझता हूँ कि या तो एक वाहिद सहारा है या वो भी नहीं है। और ऐसे हालात में ये लोग क्या करते हैं, इनकी ज़िंदगियों से बखूबी होंगे, आप वाकिफ़ होंगे आप, क्योंकि आपके इर्द गिर्द भी बहुत सारे सफ़ेद पोश लोग रहते हैं। तो मेरी कोशिश होती है ऐसे लोगों से बातचीत की जाए और इनकी माली इमदाद की जाए और इनसे इनके मसाइल जाने जाएँ कि ये अपने माशरे में, ये इस माशरे में किस तरह रह रहे हैं। आज मैं आपकी मुलाकात करवाने जा रहा हूँ रुबीना बीबी से, जो कि अपने बच्चों की कफ़ालत कर रही है और किराए का मकान है, 5-6 हज़ार किराया है, लेकिन मंथली इनकम जो इनके शौहर की है वो बहुत थोड़ी है। तो कैसे हालात में, ऐसे हालात में कैसे गुजारा होता है, ये इनसे जानते हैं। अस्सलाम वालेकुम जी। ਸਲਾਮ ਅਲੈਕੁਮ। वालेकुम सलाम। बाजी, आप कैसी हैं? ਬਸ ਭਾਜੀ ਕੋਈ ਹਾਲਾਤ ਉਹ ਜਿਹੇ ਨੇ, ਕੋਈ ਦਿਹਾੜੀ ਮਜ਼ਦੂਰੀ ਆ, ਆਪ ਲੋਕਾਂ ਦੇ ਘਰਾਂ ਦਾ ਕੰਮ ਕਰੀਦਾ ਵਾ। ਬੱਚੇ ਉਹ ਸਕੂਲ ਜਾਂਦੇ ਆ, ਕੋਈ ਕਿਤਾਬਾਂ ਧਰਾਉਂਦੇ ਆ, ਬਸ ਕੋਈ ਉਹਨਾਂ ਕਿ ਇਹਨਾਂ ਦੇ ਅੱਬੂ ਲੈ ਕੇ ਆਉਂਦੇ ਨੇ ਜਿੰਨਾ ਕੁ ਘਰ ਦਾ ਸਰ ਜਾਵੇ। ਬੱਚੇ ਵੀ ਬਹੁਤ ਜਿੱਦ ਕਰਦੇ ਆ ਵੀ ਸਕੂਲ ਵੀ ਪੈਸੇ ਹੋਣ ਤੇ ਅਸੀਂ ਜਾਈਏ। ਸਾਡੇ ਤੇ 2-3 ਦਿਨ ਹੋ ਗਏ ਆਟਾ ਮੁੱਕੇ ਨੂੰ। 5-6 ਹਜ਼ਾਰ ਰੁਪਈਆ ਮਹੀਨੇ ਦਾ ਕਿਰਾਇਆ। 20 ਤਰੀਕ ਲੰਘ ਗਿਆ, 21 ਤਰੀਕ ਹੋ ਗਈ ਹੈ, 20 ਤਰੀਕ ਤੋਂ ਹੁਣ ਉਹਨਾਂ ਨੇ ਕਿਹਾ ਵੀ ਭਾਈ ਪਹਿਲੇ ਨੂੰ ਮੈਨੂੰ ਉੱਧਰੋਂ ਪੈਸੇ ਲੱਭਣ ਦੇ ਜਿਨ੍ਹਾਂ ਦਾ ਮੈਂ ਕੰਮ ਕਰਦੀ ਆ ਵੀ ਫੇਰ ਅਸੀਂ ਤੁਹਾਨੂੰ ਦਾਂਗੇ। ਬਿਜਲੀ ਦਾ ਬਿੱਲ ਵੀ 2000-2500 ਸਾਨੂੰ ਆਉਂਦਾ ਵਾ। ਕੋਈ ਵੀ ਨਹੀਂ ਐਸਾ ਵੀ ਜਿਸੇ ਘਰ ਦੇ ਬਹੁਤ ਹਾਲਾਤ ਮਾੜਾ ਹੀ ਹੋਇਆ ਪਿਆ ਸਾਡੇ, ਵੀ ਕੀ ਕਿਸੇ ਨੂੰ ਦੱਸੀਏ ਵੀ ਕਿਹੜਾ ਕੋਈ ਅਗਲੇ ਨੇ ਵੀ ਘਰੋਂ ਲਿਆ ਕੇ ਦੇ ਦੇਣਾ ਵਾ। ਆਪ ਸੁਬਾਹ ਨੂੰ ਜਾਂਦੀ ਆ, 12-1 ਵਜੇ ਮੈਂ ਘਰ ਆਉਂਦੀ ਆ। ਮੀਆਂ ਮੇਰਾ ਵਾ, ਉਹਨੇ ਵਿਚਾਰੇ ਨੇ 8 ਵਜੇ ਕੰਮ ਤੋਂ ਆਉਣਾ ਵਾ। ਦਿਹਾੜੀ ਆ 700-800 ਰੁਪਈਆ ਵਾ ਸਾਰੀ। ਮੁੜ ਕੇ ਬੱਚੇ ਸਕੂਲ ਜਾਂਦੇ ਆ। ਹੋਰ ਤਾਂ ਐਸਾ ਕੋਈ ਕਾਰੋਬਾਰ ਨਹੀਂ ਹੈਗਾ। ਚਲੋ ਵੀ ਨਾਲ ਕੋਈ ਇਹਨਾਂ ਦੇ ਅੱਬੂ ਕੋਈ ਆਸਰਾ ਹੋਵੇ, ਹੋਰ ਵੀ ਕੋਈ ਨਹੀਂ ਹੈਗਾ। ਬੱਚੇ ਛੋਟੇ ਨੇ। ਤੁਹਾਨੂੰ ਦੱਸਿਆ ਵੀ ਬੱਚਿਆਂ ਦਾ ਅਸੀਂ ਵਜ਼ੀਫਾ ਲਵਾਉਣ ਗਏ, ਬੇਨਜ਼ੀਰ ਦਫ਼ਤਰ ਗਏ, ਉਹ ਵੀ ਨਹੀਂ ਉਹਨਾਂ ਨੇ ਗੱਲ ਸੁਣੀ। ਉਹਨਾਂ ਨੇ ਕਿਹਾ ਬਾਜੀ ਤੇਰੇ ਬੱਚਿਆਂ ਦਾ ਵਜ਼ੀਫਾ ਲੱਗਦਾ ਹੀ ਨਹੀਂ ਦਾ। ਚਲ ਅਸੀਂ ਕਿਹਾ ਸੀ ਵੀ ਚਲੋ ਵਜ਼ੀਫਾ ਮਿਲੇਗਾ ਇਹਨਾਂ ਨੂੰ ਤੇ ਚਲੋ ਇਹਨਾਂ ਦੀਆਂ ਜੁੱਤੀ ਕੱਪੜੇ ਵਰਦੀਆਂ ਦਾ ਸਰੀ ਜਾਊਗਾ। अच्छा बाजी, 2-3 हज़ार, क्योंकि आजकल तुहानू पता 3-4 हज़ार बिल आ गया, 5-6 हज़ार किराया है, 8-10 हज़ार रुपया ये गया। बाकी खान पीन, राशन पानी ਉਹਦਾ ਇੰਤਜ਼ਾਮ ਕਰਨਾ ਬੜਾ ਮੁਸ਼ਕਿਲ ਅੱਜ ਕੱਲ੍ਹ। ਤੇ ਕਿਵੇਂ ਇੰਤਜ਼ਾਮ ਕਰਦੇ ਫਿਰ? ਬਸ ਭਾਜੀ ਤੁਹਾਨੂੰ ਦੱਸੀ ਤੇ ਜਾਂਦੇ ਆ, ਡੇਲੀ ਅਸੀਂ 100 ਦਾ ਆਟਾ ਲਿਆਈਦਾ, ਡੇਲੀ 100 ਦਾ ਲਿਆਈਦਾ ਆਟਾ। ਹਾਂਜੀ, ਪਾਈਆ ਘਿਓ ਆ 150 ਦਾ ਦਿੰਦੇ ਸੀ, ਹੁਣ 100 ਤੇ ਉਹਨਾਂ ਨੇ 20 ਰੁਪਏ ਕਰਤੇ ਆ। ਇੱਕ ਹਾਂਡੀ ਦਾ ਡੰਗ ਆ ਸਾਰਾ। ਬਸ ਗੁਜ਼ਾਰਾ ਕਰੀ ਜਾਂਦੇ ਆ, ਬੱਚੇ ਪਾਲੀ ਜਾਂਦੇ ਆ। ਏਡੇ ਤਾਂ ਕੋਈ ਨਹੀਂ ਆ ਵੀ ਸਾਨੂੰ ਵੀ ਕੋਈ ਆਸਰਾ ਹੋਊਗਾ। ਬਥੇਰੇ ਅਸੀਂ ਸੌਦਿਆਂ ਦਾ ਵੀ ਕਰਾਏ ਆ। ਆਵਾਮ ਨੂੰ ਮਿਲੀ ਵੀ ਸੌਦਾ ਬਹੁਤ ਜਾਂਦਾ ਵਾ, ਪਰ ਸਾਨੂੰ ਤਾਂ ਨਾ ਕੋਈ ਪੈਸਾ ਮਿਲਿਆ ਤੇ ਨਾ ਸੌਦਾ ਹੀ ਮਿਲਿਆ ਵਾ। ਇੱਕ ਵਾਰੀ ਮਿਲਿਆ ਸੀ ਆਹ ਬੱਕਰਾ ਈਦ ਤੋਂ ਛੱਡ ਕੇ ਤੇ ਪਿਛਲੀ ਬੱਕਰਾ ਈਦ ਤੇ ਨਵੀਂ ਜਦੋਂ ਕਰੋਨਾ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਸਾਨੂੰ 1 ਰੁਪਈਆ ਨਹੀਂ ਲੱਭਿਆ, ਨਾ ਕੋਈ ਰਾਸ਼ਨ ਨਹੀਂ ਲੱਭਾ ਵਾ। ਤੇ ਇਹ ਬੱਕਰਾ ਈਦ ਜਾਂ ਦੂਜੀਆਂ ਈਦਾਂ ਹੁੰਦੀਆਂ ਤੇ ਫਿਰ ਉਹਦੇ ਤੇ ਕੀ ਕਰਦੇ ਹੋ, ਕਿਵੇਂ ਗੁਜ਼ਾਰਾ ਹੁੰਦਾ? ਬਸ ਲੋਕਾਂ ਦਾ ਘਰਾਂ ਦਾ ਕੰਮ ਜੋ ਕਰੀਦਾ ਵਾ, ਫਿਰ ਬੱਚਿਆਂ ਦੇ ਕੱਪੜੇ ਕੁਪੜੇ ਦੇ ਦਿੰਦੇ ਨੇ। ਫਿਰ ਇਦਾਂ ਹੀ ਆ ਨਾ ਵੀ ਟਾਈਮ ਲਗਾਉਣ ਵਾਲੀ ਗੱਲ ਆ ਵੀਰੇ, ਫਿਰ ਕੀ ਕਰੀਏ। ये थी रुबीना बीबी, जिनकी मैं समझता हूँ कि कहानी बड़ी एक दर्दनाक है। ऐसे हालात में गुजारा करना बड़ा मुश्किल है कि जब आपके बच्चे भी हों, घर किराए का मकान हो, बिजली का बिल भी हो और राशन पानी का बंदोबस्त करना भी बड़ा मुश्किल हो। तो ऐसे में ये लोग कहाँ जाएं? तो आप सबसे रिक्वेस्ट है कि जिस तरह आप पहले मदद करते हैं या हेल्प करते हैं इन जैसे लोगों की, खासकर सफ़ेद पोशों की, तो उनकी हेल्प करें। इनका स्क्रीन पे आपका अकाउंट नंबर शो हो रहा है, इस नंबर पे आप अगर डोनेशन देना चाहें तो आप डोनेशन दे सकते हैं। और बाकी भी जो मुखय्यर हज़रात मेरी ये वीडियो देख रहे हैं, खुदारा ऐसे लोगों का ख्याल रखें। ये हमारे माशरे का असासा हैं। अगर ये लोग अपनी ज़िंदगियों को नहीं जी पा रहे, अपनी ज़िंदगियों से तंग आकर अपने आप को किसी गलत रास्ते पर भेजते हैं, तो फिर ये सब का हमारा या आपका कसूर होगा। मिलते हैं नेक्स्ट वीडियो में, लेकिन जाने
जाने से पहले आपसे यही कहूँगा कि हमारे चैनल को सब्सक्राइब करें, फॉलो करें, शेयर करें ताकि ऐसे लोगों तक हम पहुँचें, हमारी इमदाद पहुँचे, हमारी टीम पहुँचे। अल्लाह हाफिज़।